ब्लड प्रेशर ना कंट्रोल किया जाए यू कैन डाई प्रीमेच्योरली सो डेथ हो सकती है 6 grams ऑफ सॉल्ट पर डे इज ओनली रिक्वायर्ड से असी मेरा ख्याल है डबल टू ट्रिपल कर देंगे हैं अगर कैलकुलेट करिए थ्रू आउट द डे व्हाट वी ईट इन एवरी टाइप ऑफ फूड इट्स नॉट ईजी टू कंट्रोल स्ट्रेस बट स्टिल बहुत सारिया चीज़ां ने जिहड़ियां असीं कंसिडर करके अपना स्ट्रेस लेवल घट कर सकते हैं कौन लोग ने जिन्हां दे वास्ते हाइपरटेंशन दा रिस्क जिहड़ा वो ज़्यादा हुंदा अगर तुहाडा डायग्नोज हो गया एक दफ़ा तुहाडे डॉक्टर ने दसता है कि है ब्लड प्रेशर थोड़ा हाई है तो किस तरह कंट्रोल करो इट इज़ वेरी ईजी टू कंट्रोल अगर ब्लड प्रेशर बहुत ज़्यादा शूट कर गया तो वो प्रैगनेंट वुमेन ये ज़्यादा रिस्की होंदा है उन्हां दी किडनीज़ ते इफेक्ट पै जांदा है बहुत लिवर ते इफेक्ट पै जांदा है डॉक्टर भट्ट तुहाडा बहुत-बहुत स्वागत गुड आफ्टरनून या थैंक यू गुरप्रीत थैंक यू फॉर कॉलिंग मी जी सो वर्ल्ड हाइपरटेंशन डे ਇਹ ਕੀ ਹੈ ਸੋ ਇਹ ਮਈ 17 ਐਵਰੀ ਈਅਰ ਮਨਾਇਆ ਜਾਂਦਾ ਹੈ ਹਰ ਸਾਲ ਅਸੀਂ ਮਨਾਉਂਦੇ ਹਾਂ ਕਿਉਂ ਮਨਾਉਂਦੇ ਹਾਂ ਇਸ ਵਾਸਤੇ ਕਿ 1 ਬਿਲੀਅਨ ਲੋਕ ਆਲ ਓਵਰ ਦ ਵਰਲਡ ਹਾਈਪਰਟੈਂਸ਼ਨ ਨਾਲ ਜੂਝ ਰਹੇ ਨੇ ਅੱਗੇ ਜਾ ਕੇ ਗੱਲ ਕਰਾਂਗੇ ਕਿ ਹੁੰਦੀ ਕੀ ਹੈ ਹਾਈਪਰਟੈਂਸ਼ਨ ਤੇ ਕਿੰਨੀਆਂ ਕਿਸਮਾਂ ਦੀ ਹੁੰਦੀ ਹੈ ਸੋ ਅਵੇਅਰਨੈਸ ਵਾਸਤੇ ਹੁੰਦਾ ਹੈ ਐਜੂਕੇਟ ਕਰੀਏ ਲੋਕਾਂ ਨੂੰ ਕਿ ਕੀ ਇਹ ਹਾਈਪਰਟੈਂਸ਼ਨ ਤੇ ਕਿਉਂ ਕੰਟਰੋਲ ਕਰਨੀ ਜ਼ਰੂਰੀ ਹੈ ਇਸ ਵਾਸਤੇ ਕਿ ਇਹਦੇ ਅੱਗੇ ਕਰਕੇ ਬਹੁਤ ਸਾਰੀਆਂ ਕੰਪਲਿਕੇਸ਼ਨਸ ਹੋ ਜਾਂਦੀਆਂ ਨੇ ਅਗਰ ਨਾ ਟਰੀਟ ਕਰੋ ਤੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੂਝ ਸਕਦੇ ਹੋ ਤੇ ਈਜ਼ੀਲੀ ਪ੍ਰੀਵੈਂਟ ਕੀਤਾ ਜਾ ਸਕਦਾ ਹੈ ਇਹਨੂੰ ਕੰਟਰੋਲ ਕਰਨਾ ਬਹੁਤ ਹੀ ਆਸਾਨ ਹੈ ਤੇ ਇਸ ਵਾਸਤੇ ਲੋਕਾਂ ਨੂੰ ਅਵੇਅਰ ਕਰਨੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਪਰ ਇਹ ਇੱਕ ਡੇ ਮੁਕਰਰ ਕੀਤਾ ਗਿਆ ਆਬਜ਼ਰਵ ਕੀਤਾ ਗਿਆ ਵਰਲਡ ਹੈਲਥ ਆਰਗੇਨਾਈਜੇਸ਼ਨ ਵੈਨ ਹੈਲਥ ਆਰਗੇਨਾਈਜੇਸ਼ਨਸ ਇਨ ਕੈਨੇਡਾ ਐਂਡ ਅਮਰੀਕਾ ਵੀ ਇਹਨੂੰ ਬਿਲਕੁਲ ਮਨਾਉਂਦੀਆਂ ਨੇ ਤੇ ਇਹ ਕਿਉਂ ਤਾਂ ਕਿ ਬਚਿਆ ਜਾ ਸਕੇ ਨਾ ਇਹਦੀਆਂ ਕੰਪਲਿਕੇਸ਼ਨ ਜਿਹੜੀਆਂ ਨੇ ਹਾਈ ਬਲੱਡ ਪ੍ਰੈਸ਼ਰ ਕਰਕੇ ਜਿਹੜੀ ਹਾਰਟ ਦੀ ਬਿਮਾਰੀ ਹੋ ਸਕਦੀ ਹੈ ਹਾਰਟ ਅਟੈਕ ਹੋ ਸਕਦਾ ਹੈ ਇਹਦੇ ਨਾਲ ਕਿਡਨੀਜ਼ ਤੁਹਾਡੇ ਗੁਰਦੇ ਅਸਰਅੰਦਾਜ਼ ਹੋ ਜਾਂਦੇ ਨੇ ਤੁਸੀਂ ਸਟ੍ਰੋਕ ਯਾਨੀ ਕਿ ਫਾਲਜ ਦਾ ਅਟੈਕ ਹੋ ਸਕਦਾ ਹੈ ਅਗਰ ਕੰਟਰੋਲ ਨਾ ਕੀਤਾ ਜਾਏ ਅਤੇ ਨਾਲੇ ਯੰਗਰ ਏਜ ਵਿੱਚ ਤੁਹਾਡੀ ਡੈਥ ਵੀ ਹੋ ਸਕਦੀ ਹੈ ਅਗਰ ਪ੍ਰੋਪਰਲੀ ਇਹਨੂੰ ਕੰਟਰੋਲ ਨਾ ਕੀਤਾ ਜਾਵੇ ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਆਮ ਲੋਕਾਂ ਤੱਕ ਇਹਦਾ ਪਹੁੰਚਾਇਆ ਜਾਏ ਇਹਦੀ ਐਜੂਕੇਸ਼ਨ ਕੀਤੀ ਜਾਏ ਤਾਂ ਕਿ ਉਹ ਆਪਣਾ ਬਚਾਓ ਕਰ ਸਕਣ ਐਂਡ ਹੈਲਥੀ ਲਿਵਿੰਗ ਕਰ ਸਕਣ ਸੋ ਥੀਮ ਜਿਹੜੀ ਹੈ ਇਸ ਸਾਲ ਦੀ ਇਹੀ ਹੈ ਕਿ ਨੰਬਰ 1 ਮੇਜਰ ਯੋਰ ਬਲੱਡ ਪ੍ਰੈਸ਼ਰ ਐਕੂਰੇਟਲੀ ਇਹਦਾ ਮਤਲਬ ਹੈ ਆਪਣਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਵਾਓ ਸਪੈਸ਼ਲੀ ਅਗਰ ਫੈਮਿਲੀ ਹਿਸਟਰੀ ਹੈ ਤੁਹਾਡੀ ਨਾਲ ਤੁਸੀਂ ਓਵਰ ਦ ਏਜ ਆਫ 40 ਜ਼ਰੂਰ ਚੈੱਕ ਕਰਾਉਣਾ ਚਾਹੀਦਾ ਹੈ ਰਿਸਕ ਫੈਕਟਰ ਅੱਗੇ ਚੱਲ ਕੇ ਗੱਲ ਕਰਾਂਗੇ ਕਿਹੜੇ ਰਿਸਕ ਫੈਕਟਰ ਨੇ ਜਿਹੜੇ ਤੁਸੀਂ ਜ਼ਰੂਰੀ ਹੈ ਕਿ ਆਪਣੇ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਵਾਓ ਡਾਕਟਰ ਤੋਂ ਨੰਬਰ 2 ਥੀਮ ਦਾ ਹਿੱਸਾ ਹੈ ਕਿ ਕੰਟਰੋਲ ਕਰੋ ਅਗਰ ਤੁਹਾਡਾ ਡਾਇਗਨੋਜ਼ ਹੋ ਗਿਆ ਇੱਕ ਦਫਾ ਤੁਹਾਡੇ ਡਾਕਟਰ ਨੇ ਦੱਸਤਾ ਕਿ ਹੈ ਬਲੱਡ ਪ੍ਰੈਸ਼ਰ ਥੋੜਾ ਹਾਈ ਹੈ ਤੇ ਕਿਸ ਤਰ੍ਹਾਂ ਕੰਟਰੋਲ ਕਰੋ ਇਟ ਇਜ਼ ਵੈਰੀ ਈਜ਼ੀ ਟੂ ਕੰਟਰੋਲ ਐਂਡ ਨੰਬਰ 3 ਹੈ ਕਿ ਲਿਵ ਲੌਂਗਰ ਇਫ ਅਗਰ ਤੁਸੀਂ ਕੰਟਰੋਲ ਕਰੋਗੇ ਬਲੱਡ ਪ੍ਰੈਸ਼ਰ ਨੂੰ ਯੂ ਕੈਨ ਲਿਵ ਲੌਂਗਰ ਲਾਈਫ ਐਜ਼ ਮੈਂ ਪਹਿਲੇ ਦੱਸਿਆ ਹੈ ਕਿ ਅਗਰ ਬਲੱਡ ਪ੍ਰੈਸ਼ਰ ਨਾ ਕੰਟਰੋਲ ਕੀਤਾ ਜਾਏ ਯੂ ਕੈਨ ਡਾਈ ਪ੍ਰੀਮੈਚੁਰਲੀ ਸੋ ਡੈਥ ਹੋ ਸਕਦੀ ਹੈ ਸੋ ਦਿਸ ਈਅਰ ਥੀਮ ਸੋ ਵੀਲ ਟਾਕ ਅਬਾਊਟ ਦੈਟ ਇਨ ਡੀਟੇਲ ਗੱਲਬਾਤ ਨੂੰ ਅਗਾਂਹ ਤੋਰਦੇ ਹਾਂ ਡਾਕਟਰ ਮਹਿਮੂਨਾ ਭੱਟ ਹੋਣਾ ਕੋਲੋਂ ਹੁਣ ਅਸੀਂ ਇਹ ਜਾਣਨਾ ਆ ਕਿ ਜਿਹੜੀ ਹਾਈਪਰਟੈਂਸ਼ਨ ਦੀ ਸਮੱਸਿਆ ਹੈ ਇਹਨੂੰ ਡਾਕਟਰ ਇੱਕ ਆਮ ਵਿਅਕਤੀ ਨੂੰ ਕਿਵੇਂ ਸਮਝਾਉਂਦੇ ਨੇ ਸੋ ਵਾਟ ਇਜ਼ ਹਾਈਪਰਟੈਂਸ਼ਨ Yeah, this is good question. High blood pressure ਜਾਂ ਆਮ ਜ਼ਬਾਨ ਵਿੱਚ ਅਸੀਂ ਕਹਿੰਦੇ ਹਾਂ ਹਾਈ ਪ੍ਰੈਸ਼ਰ ਹੋ ਗਿਆ ਜਾਂ ਪ੍ਰੈਸ਼ਰ ਵੱਧ ਗਿਆ ਸੋ ਦਿਸ ਇਜ਼ ਐਕਚੁਅਲੀ ਹੁੰਦਾ ਕਿ ਇਹ ਸਾਡਾ ਹਾਰਟ ਜਿਹੜਾ ਦਿਲ ਹੈ ਉਹ ਬਲੱਡ ਪੁਸ਼ ਕਰਦਾ ਹੈ ਸਾਰੀਆਂ ਰਗਾਂ ਵਿੱਚ ਪੂਰੇ ਜਿਸਮ ਵਿੱਚ ਸੋ ਜਿਸ ਵੇਲੇ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਹਾਰਟ ਨੂੰ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਉਹ ਜਿਹੜਾ ਦਿਲ ਧੜਕਦਾ ਹੈ ਸੋ ਵਿਦ ਐਵਰੀ ਬੀਟ ਜਿਸ ਵੇਲੇ ਇੱਕ ਧੜਕਣ ਹੁੰਦੀ ਹੈ ਅਤੇ ਉਹ ਜਿਹੜਾ ਨੰਬਰ ਆਉਂਦਾ ਹੈ ਅਸੀਂ ਜਿਸ ਵੇਲੇ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਾਂ ਉਹਨੂੰ ਕਹਿੰਦੇ ਸਿਸਟੋਲਿਕ ਬਲੱਡ ਪ੍ਰੈਸ਼ਰ ਜਾਂ ਉੱਪਰ ਵਾਲਾ ਬਲੱਡ ਪ੍ਰੈਸ਼ਰ ਹਮੇਸ਼ਾ 2 ਨੰਬਰ ਹੁੰਦੇ ਨੇ ਬਲੱਡ ਪ੍ਰੈਸ਼ਰ ਦੇ ਉੱਪਰ ਵਾਲਾ ਅਤੇ ਨੀਚੇ ਵਾਲਾ ਸਿਸਟੋਲਿਕ ਐਂਡ ਡਾਇਸਟੋਲਿਕ ਅਤੇ ਜਿਸ ਵੇਲੇ ਹਾਰਟ ਰੈਸਟ ਕਰਦਾ ਹੈ ਉਹ ਜਿਹੜਾ ਪ੍ਰੈਸ਼ਰ ਰਿਕਾਰਡ ਹੁੰਦਾ ਹੈ ਮਸ਼ੀਨਾਂ 'ਤੇ ਉਹਨੂੰ ਕਹਿੰਦੇ ਨੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਸੋ ਦੋਹੇ ਨੰਬਰ ਬਹੁਤ ਜ਼ਰੂਰੀ ਨੇ ਤਾਂ ਕਿ ਪਤਾ ਲੱਗ ਸਕੇ ਤੁਹਾਡੀ ਹਾਲਤ ਕੀ ਹੈ ਬਲੱਡ ਦੀ ਹਾਰਟ ਦੀ ਪੂਰੇ ਬੋਡੀ ਔਰਗਨਸ ਦੀ ਸੋ ਜਿਸ ਵੇਲੇ ਰਿਸਕ ਫੈਕਟਰ ਜੈਸੇ ਅਸੀਂ ਅੱਗੇ ਗੱਲ ਕਰਾਂਗੇ ਕਿ
ਕਿਸ ਵਜ੍ਹਾ ਤੋਂ ਹੁੰਦਾ ਹੈ ਹਾਈ ਬਲੱਡ ਪ੍ਰੈਸ਼ਰ, ਬਹੁਤ ਸਾਰੀਆਂ ਵਜੂਹਾਤ ਹੋ ਸਕਦੀਆਂ ਨੇ। ਤੇ ਉਹ ਜਿਹੜਾ ਬਲੱਡ ਪ੍ਰੈਸ਼ਰ ਅਗਰ 120/80 ਦਿਸ ਇਜ਼ ਦ ਨਾਰਮਲ ਬਲੱਡ ਪ੍ਰੈਸ਼ਰ ਫॉर एवरीवन, ਸਪੈਸ਼ਲੀ 40 ਤੋਂ ਲੈ ਕੇ 60-70 ਏਜ ਤੱਕ ਇਹਨੂੰ ਨਾਰਮਲ ਬਲੱਡ ਪ੍ਰੈਸ਼ਰ ਕੰਸੀਡਰ ਕੀਤਾ ਜਾਂਦਾ ਹੈ। ਅਗਰ 130/80 ਹੋ ਜਾਵੇ ਜਾਂ 90 ਹੋ ਜਾਵੇ ਤੇ ਇਹ ਫਿਰ ਡਿਫਰੈਂਟ ਸਟੇਜਸ ਉਹਨੂੰ ਕਹਿੰਦੀਆਂ ਨੇ। ਸਟੇਜ 1 ਅਸੀਂ ਕਹਿੰਦੇ ਹਾਂ ਬਲੱਡ ਪ੍ਰੈਸ਼ਰ ਜਿਸ ਵੇਲੇ 130/80 ਜਾਂ 85 ਹੋ ਜਾਏ। ਸਟੇਜ 2 ਉਹ ਹੋਰ ਜ਼ਿਆਦਾ ਬਲੱਡ ਪ੍ਰੈਸ਼ਰ ਹੁੰਦਾ ਹੈ, ਲਾਈਕ 140/90 ਹੋ ਜਾਏ ਜਾਂ ਬਿਯੋਂਡ ਵੀ ਹੋ ਸਕਦਾ ਹੈ, ਲਾਈਕ 150/100 ਵੀ ਹੋ ਸਕਦਾ ਹੈ। ਦੋਜ਼ ਆਰ ਦ ਸਟੇਜ। ਉਹ ਉਸ ਸਟੇਜ 'ਤੇ ਜਿਹੜਾ ਨਾ ਰਿਸਕ ਤੁਹਾਡੀ ਬਾਡੀ ਨੂੰ ਜ਼ਿਆਦਾ ਹੋ ਜਾਂਦਾ ਹੈ, ਖਤਰਾ ਹੁੰਦਾ ਹੈ ਬਾਕੀ ਔਰਗਨਸ ਡੈਮੇਜ ਹੋਣ ਦਾ। ਤੇ ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਜੈਸੇ ਪਹਿਲੇ ਗੱਲ ਕੀਤੀ ਥੀਮ ਦੀ ਕਿ ਮੇਜਰ ਯੋਰ ਬਲੱਡ ਪ੍ਰੈਸ਼ਰ ਐਕੂਰੇਟਲੀ ਹੈ। ਬਹੁਤ ਜ਼ਰੂਰੀ ਹੈ ਕਿ ਆਪਣਾ ਬਲੱਡ ਪ੍ਰੈਸ਼ਰ ਸਹੀ ਤਰ੍ਹਾਂ ਚੈੱਕ ਕਰੋ। ਤੇ ਡਾਕਟਰ ਦੇ ਆਫਿਸ ਵਿੱਚ ਜਾ ਕੇ ਬਹੁਤ ਕਾਮਨ ਇੱਕ ਚੀਜ਼ ਨੋਟ ਕੀਤੀ ਜਾਂਦੀ ਹੈ, ਉਹਨੂੰ ਅਸੀਂ ਵਾਈਟ ਕੋਟ ਸਿੰਡਰੋਮ ਵੀ ਕਹਿੰਦੇ ਹਾਂ। ਅਦਰਵਾਈਜ਼ ਨਾਰਮਲ ਹੁੰਦਾ ਹੈ ਲੋਕਾਂ ਦਾ ਬਲੱਡ ਪ੍ਰੈਸ਼ਰ। ਜਿਸ ਵੇਲੇ ਕਲੀਨਿਕ ਵਿੱਚ ਆਉਣਗੇ ਆਲ ਆਫ ਅ ਸਡਨ ਲਾਈਕ 10 ਮਿਲੀਮੀਟਰ ਜਾਂ 15 ਮਿਲੀਮੀਟਰ ਹਾਈ ਹੋ ਜਾਂਦਾ ਹੈ ਬਲੱਡ ਪ੍ਰੈਸ਼ਰ। ਘਬਰਾਏ ਹੁੰਨੇ ਅਸੀਂ। ਸੋ ਦੈਟਸ ਵਾਈ ਵੀ ਅਸੀਂ ਹਮੇਸ਼ਾ ਕਹਿੰਦੇ ਹਾਂ ਉਹਨਾਂ ਨੂੰ, ਐਸੇ ਪੇਸ਼ੈਂਟਸ ਨੂੰ, ਇਟਸ ਨਾਟ ਫॉर एवरीवन, ਜ਼ਿਆਦਾਤਰ ਲੋਕਾਂ ਦਾ ਹੋ ਜਾਂਦਾ। ਤੇ ਅਸੀਂ ਉਹਨਾਂ ਨੂੰ ਇਹੀ ਹਦਾਇਤ ਦਿੰਦੇ ਹਾਂ ਕਿ ਜਾ ਕੇ ਜਾਂ ਫਾਰਮੇਸੀ 'ਚ ਬੈਠ ਕੇ ਤਸੱਲੀ ਨਾਲ ਲਾਈਕ ਸਕੂਨ ਨਾਲ ਰੈਸਟ ਕਰੋ ਥੋੜ੍ਹਾ, ਨਾਟ ਰਾਈਟ ਆਫਟਰ ਫੂਡ, ਕੌਫੀ, ਟੀ ਤੋਂ ਇਲਾਵਾ ਬੈਠ ਕੇ ਚੈੱਕ ਕਰੋ ਥੋੜ੍ਹਾ ਰੈਸਟ ਕਰਕੇ। ਜਾਂ ਫਿਰ ਘਰੇ ਮਸ਼ੀਨ ਕਾਫੀ ਸਾਰੇ ਲੋਕਾਂ ਨੂੰ ਹੁੰਦੀਆਂ ਹਨ ਕਾਰ ਵਿੱਚ ਮਸ਼ੀਨ ਲੈ ਕੇ ਉਹਨੂੰ ਚੈੱਕ ਕਰੋ। ਤਾਂ ਇੱਕ ਰੀਡਿੰਗ ਕੁਝ ਵੀ ਨਹੀਂ ਸਾਨੂੰ ਦੱਸਦੀ। ਵੀ ਹੈਵ ਟੂ ਸੀ ਦ ਟ੍ਰੈਂਡ ਕਿ 4-5 ਰੀਡਿੰਗਸ ਲਈਏ ਫਿਰ ਪਤਾ ਚਲੇ ਕਿ ਹੈ ਵੀ ਵਾਕਈ ਬਲੱਡ ਪ੍ਰੈਸ਼ਰ ਹੈ ਕਿ ਨਹੀਂ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਐਕੂਰੇਟਲੀ ਕਰੈਕਟਲੀ ਬਲੱਡ ਪ੍ਰੈਸ਼ਰ ਆਪਣਾ ਚੈੱਕ ਕਰਵਾਓ, 2-3 ਜਗ੍ਹਾ ਤੋਂ ਕਰੋ। ਅੱਛਾ। ਤੇ ਦੂਸਰਾ ਫਿਰ ਇਸ ਤੋਂ ਬਾਅਦ ਲਾਈਕ ਐਜ਼ ਆਈ ਵਾਜ਼ ਮੈਂ ਮੈਂਸ਼ਨ ਕਰ ਰਹੀ ਸਾਂ ਸਟੇਜ 1 ਸਟੇਜ 2। ਸਟੇਜ 1 ਯੂਜੂਅਲੀ ਜਿਹੜੀ ਹੈ ਨਾ ਮੋਸਟ ਅਸੀਂ ਕਰ ਸਕਦੇ ਹਾਂ ਕੰਟਰੋਲ ਮੈਡੀਸਨਸ ਤੋਂ ਬਗੈਰ ਹੀ। ਲਾਈਕ ਲਾਈਫ ਸਟਾਈਲ ਆਪਣਾ ਚੇਂਜ ਕਰੋ, ਤੁਸੀਂ ਹੈਲਥੀ ਈਟਿੰਗ ਕਰੋ, ਐਕਸਰਸਾਈਜ਼ ਕਰੋ, ਸਮੋਕਿੰਗ, ਥੀਸ ਆਰ ਆਲ ਦ ਰਿਸਕ ਫੈਕਟਰਸ ਟੂ ਅਵੋਇਡ ਕਰੋ। ਸਮੋਕ ਬਿਲਕੁਲ ਸਟਾਪ ਕਰ ਦਿਓ, ਸਮੋਕਿੰਗ ਕਾਜ਼ ਕਰਦੀ ਹੈ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਇਹਦੀ ਵਜ੍ਹਾ ਤੋਂ। ਤੇ ਐਲਕੋਹਲ ਵਗੈਰਾ ਡਰਿੰਕਸ ਜਿਹੜੇ ਉਹ ਘੱਟ ਕਰ ਦਿਓ ਜਾਂ ਬਿਲਕੁਲ ਨਾ ਕਰੋ। ਇਹ ਸਾਰੀਆਂ। ਤੇ ਸਾਲਟ ਇਜ਼ ਆਲਸੋ ਇੰਪੋਰਟੈਂਟ ਕਿ ਤੁਸੀਂ ਡਾਈਟ ਵਿੱਚ ਕਿੰਨਾ ਸਾਲਟ ਲੈ ਰਹੇ ਹੋ। ਯੂਜੂਅਲੀ ਅਸੀਂ ਲਾਈਕ ਓਵਰ ਚਲੇ ਜਾਂਦੇ ਆ ਫਾਸਟ ਫੂਡ ਐਂਡ ਰੈਸਟੋਰੈਂਟਸ, ਉਹ ਤੇ ਜ਼ਿਆਦਾ ਸਾਲਟ ਪਾਉਂਦੇ ਨੇ ਫॉर द टेस्ट, राइट? So but this is not good for us. So ਇਹ ਜਿਹੜਾ ਵੀਕ ਹੈ ਨਾ May 17 ਤੋਂ ਲੈ ਕੇ I think May 15 to May 21, this is salt awareness week as well. The whole week is salt awareness week. So ਸਾਡੀ ਬਾਡੀ ਨੂੰ ਐਡਲਟ, ਨਾਰਮਲ ਐਡਲਟ ਦੀ ਅਸੀਂ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ 120/80 is normal, 6 grams of salt per day is only required. ਤੇ ਅਸੀਂ ਮੇਰਾ ਖਿਆਲ ਹੈ ਡਬਲ ਟੂ ਟ੍ਰਿਪਲ ਕਰ ਦਿੰਦੇ ਹਾਂ ਅਗਰ ਕੈਲਕੂਲੇਟ ਕਰੀਏ ਥਰੂ ਆਊਟ ਦ ਡੇ ਵਾਟ ਵੀ ਈਟ ਇਨ ਐਵਰੀ ਟਾਈਪ ਆਫ ਫੂਡ। ਸੋ ਇਟ salt and sodium is different. Sodium comes from the salt. So ਅਗਰ ਅਸੀਂ ਕਹੀਏ 6 gram of salt, this is equal to 2.4 gram of sodium. So ਜਿਸ ਵੇਲੇ ਅਸੀਂ ਬਾਏ ਕਰਦੇ ਹਾਂ ਚੀਜ਼ਾਂ, ਫॉर ਐਗਜ਼ਾਮਪਲ ਗਰੋਸਰੀ ਸ਼ਾਪਿੰਗ ਕਰ ਰਹੇ ਹਾਂ, we have to look ingredients ਵਿੱਚ ਜ਼ਰੂਰੀ ਹੈ ਚੈੱਕ ਕਰਨਾ ਕਿ ਕਿਤਨੇ ਗ੍ਰਾਮ ਸੋਡੀਅਮ ਹੈ ਐਵਰੀ ਫੂਡ ਆਈਟਮ ਵਿੱਚ। ਤੇ equals to I think 1 teaspoonful only per day for one person. We should only consume 1 teaspoon, ਜਿਹੜੀ ਛੋਟੀ ਚਮਚ ਹੁੰਦੀ ਹੈ, not tablespoon, ਛੋਟੀ ਚਮਚ, ਇਹ ਸਾਨੂੰ ਕੰਜ਼ਿਊਮ ਕਰਨੀ ਚਾਹੀਦੀ। ਪਰ ਅਸੀਂ ਤਾਂ ਉਹਦੇ ਤੋਂ ਜ਼ਿਆਦਾ ਲੈ ਰਹੇ ਹਾਂ, ਬਹੁਤ ਜ਼ਿਆਦਾ ਅਸੀਂ ਕਰ ਜਾਂਦੇ ਹਾਂ। that's why blood pressure is so common too. ਜੀ, ਗੱਲਬਾਤ ਨੂੰ ਅਗਾਂਹ ਤੋਰਦਿਆਂ ਹੋਇਆਂ ਹੁਣ ਇਹ ਸਮਝਣਾ ਵੀ ਜ਼ਰੂਰੀ ਹੈ, ਕੁਝ ਟਿਪਸ ਤੁਸੀਂ ਆਲਰੇਡੀ ਦੇ ਦਿੱਤੇ, ਹਾਊ ਟੂ ਮੈਜਰ ਯੋਰ ਬਲੱਡ ਪ੍ਰੈਸ਼ਰ। ਇੱਕ ਮੈਂ ਗੱਲ ਕੀਤੀ ਸੀ ਕਿ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਤੁਹਾਡੀ ਬਾਡੀ ਦੇ ਵਿੱਚ ਇੱਕ ਟਾਈਮ 'ਤੇ ਚੇਂਜ ਆਉਣੀ ਸ਼ੁਰੂ ਹੋ ਗਈ ਅਤੇ ਤੁਹਾਡਾ BP ਹਾਈ ਹੋ ਰਿਹਾ। ਇਹ ਕੀ ਹੈ? ਕੋਈ ਸਿੰਪਟਮਸ ਨਹੀਂ ਆਉਂਦੇ ਅਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਦਾ ਤਾਂ ਸ਼ਾਇਦ ਉਹ ਪੁਆਇੰਟ ਤੋਂ ਉੱਪਰ ਜਾ ਚੁੱਕੀ ਹੁੰਦੀ ਹੈ ਗੱਲ। ਹਾਂਜੀ, ਬਿਲਕੁਲ ਸਹੀ ਕਿਹਾ ਸੀ ਤੁਸੀਂ ਪਹਿਲੇ ਵੀ ਕਿ ਇਟਸ ਅ ਸਾਇਲੈਂਟ ਕਿਲਰ,
ਕਿ ਖਾਮੋਸ਼ੀ ਦੇ ਨਾਲ ਮਤਲਬ ਉਹ ਆਪਣਾ ਕੰਮ ਕਰੀ ਜਾਂਦਾ ਹੈ ਤੁਹਾਡੀ ਬਾਡੀ ਦੇ ਵਿੱਚ ਤੇ ਤੁਹਾਨੂੰ ਨਹੀਂ ਪਤਾ ਚੱਲਦਾ ਅੰਟਿਲ ਇਟ ਇਜ਼ ਟੂ ਲੇਟ। ਤੇ ਇਹਦੀ ਇਹੀ ਹੈ ਜ਼ਿਆਦਾਤਰ ਕਾਮਨ ਜਿਹੜੇ ਸਿੰਪਟਮਸ ਹੁੰਦੇ ਨੇ ਹੈਡੇਕ, ਸਰ ਦਰਦ ਹੋ ਜਾਂਦਾ ਹੈ, ਬਲਰੀ ਵਿਜ਼ਨ ਜਿਹਨੂੰ ਲਾਈਕ ਨਜ਼ਰ ਠੀਕ ਨਹੀਂ ਆਉਣਾ ਸ਼ੁਰੂ ਹੋ ਜਾਂਦਾ ਲਾਈਕ ਆਫਟਰ 40 ਜੈਸੇ ਮੈਂ ਕਹਿ ਰਹੀ ਸੀ ਨਾਰਮਲ ਹੈਲਥੀ ਐਡਲਟ ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਕੋਈ ਸਿੰਪਟਮਸ ਆ ਰਹੇ ਨੇ, ਦਿਲ ਤੇਜ਼ ਤੇਜ਼ ਧੜਕਣਾ ਜਾਂ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਥੱਕ ਜਾਣਾ ਜਲਦੀ, ਸਾਹ ਚੜ੍ਹਨਾ, ਸਾਹ ਫੁੱਲਣਾ, ਦੀਜ਼ ਕੈਨ ਬੀ, ਇਹ ਸਾਰੇ ਹੋ ਸਕਦੇ ਨੇ ਰੀਜ਼ਨ ਹਾਈ ਬਲੱਡ ਪ੍ਰੈਸ਼ਰ ਦੇ। ਸੋ ਇਸ ਵਾਸਤੇ ਇਹ ਵੀ ਅਸੀਂ ਬਾਰ-ਬਾਰ ਪਹਿਲੇ ਵੀ ਤਾਕੀਦ ਕੀਤੀ ਹੈ ਕਿ ਤੁਸੀਂ ਆਪਣਾ ਚੈੱਕਅਪ ਡਾਕਟਰ ਤੋਂ ਜ਼ਰੂਰ ਕਰਾਓ, ਸਪੈਸ਼ਲੀ ਓਵਰ ਦ ਏਜ ਆਫ 35 ਰੈਗੂਲਰ ਐਵਰੀ ਈਅਰ ਔਰ 2 ਈਅਰ ਹੁਣ ਕਹਿੰਦੇ ਨੇ। ਅਗਰ ਸਾਰਾ ਕੁਝ ਠੀਕ ਚੱਲ ਰਿਹਾ 2 ਜਾਂ 3 ਸਾਲ ਤੋਂ ਉੱਤੇ ਬਾਅਦ ਜ਼ਰੂਰ ਆਪਣਾ ਫੁੱਲ ਬਾਡੀ ਚੈੱਕਅਪ ਡਾਕਟਰ ਕੋਲੋਂ ਜ਼ਰੂਰ ਕਰਾਉਣਾ ਚਾਹੀਦਾ ਤੁਹਾਨੂੰ। ਉਹਦੇ ਵਿੱਚ ਬਲੱਡ ਪ੍ਰੈਸ਼ਰ ਚੈੱਕਅਪ ਵੀ ਹੈ, ਸ਼ੂਗਰ ਚੈੱਕ ਹੈ, ਬਲੱਡ ਵਰਕ ਜਿਹੜਾ ਅਸੀਂ ਕਰਦੇ ਹਾਂ ਲੈਬ ਟੈਸਟ ਵਗੈਰਾ ਇਹ ਜ਼ਰੂਰੀ ਨੇ। ਤੇ ਉਦੋਂ ਬਲੱਡ ਵਰਕ ਜਿਹੜਾ ਅਸੀਂ ਕਰਦੇ ਹਾਂ ਉਦੋਂ ਵੀ ਪਤਾ ਲੱਗ ਸਕਦਾ ਹੈ ਤੁਹਾਡੀਆਂ ਗੁਰਦਿਆਂ 'ਤੇ ਕੋਈ ਅਸਰ ਤੇ ਨਹੀਂ ਆ ਗਿਆ, ਤੁਹਾਡਾ ਹਾਰਟ ਠੀਕ ਹੈ, ਸਾਰੀਆਂ ਚੀਜ਼ਾਂ ਉਹਨਾਂ ਤੋਂ ਪਤਾ ਚੱਲ ਸਕਦੀਆਂ ਨੇ। ਤੇ ਅਰਲੀ ਡਿਟੈਕਸ਼ਨ ਇਸ ਦੇ ਨਾਲ ਹੋ ਜਾਂਦੀ ਹੈ, ਲਾਈਕ ਪਹਿਲੇ ਹੀ ਪਤਾ ਚੱਲ ਜਾਏਗਾ ਬਿਫੋਰ ਇਟ ਇਜ਼ ਟੂ ਲੇਟ, ਤੇ ਆਪਣੀਆਂ ਗੁਰਦੇ ਬਚਾ ਸਕਦੇ ਹਾਂ ਅਸੀਂ, ਸਟ੍ਰੋਕ ਤੋਂ ਬਚ ਸਕਦੇ ਹਾਂ ਅਸੀਂ, ਹਾਰਟ ਅਟੈਕ ਤੋਂ ਬਚ ਸਕਦੇ ਹਾਂ ਅਗਰ ਟਾਈਮ ਤੇ ਪਤਾ ਚੱਲ ਜਾਣ ਸਾਰੀਆਂ ਚੀਜ਼ਾਂ। ਬਿਲਕੁਲ। ਔਰ ਕੌਣ ਲੋਕ ਨੇ ਜਿਨ੍ਹਾਂ ਦੇ ਵਾਸਤੇ ਹਾਈਪਰਟੈਂਸ਼ਨ ਦਾ ਰਿਸਕ ਜਿਹੜਾ ਉਹ ਜ਼ਿਆਦਾ ਹੁੰਦਾ? ਥੋੜ੍ਹਾ ਜਿਹਾ ਪਹਿਲੇ ਵੀ ਟੱਚ ਬੇਸ ਕੀਤਾ ਸੀ। ਸਮੋਕਿੰਗ ਫੋਰ ਐਗਜ਼ਾਮਪਲ, ਕੁਝ ਲੋਕ ਜਿਹੜੇ ਸਮੋਕਿੰਗ ਨਹੀਂ ਛੱਡ ਸਕਦੇ ਉਹਨਾਂ ਦੇ ਕੇਸ ਵਿੱਚ ਜ਼ਿਆਦਾ ਹੁੰਦਾ ਬਲੱਡ ਪ੍ਰੈਸ਼ਰ। ਡਰਿੰਕਿੰਗ ਐਲਕੋਹਲ, ਅਸੀਂ ਕਹਿੰਦੇ ਹਾਂ ਕੁਝ ਜਿਹੜੇ ਫੈਕਟਰਸ ਨੇ ਉਹ ਕੰਟਰੋਲੇਬਲ ਹੁੰਦੇ ਨੇ, ਕੁਝ ਨਹੀਂ। ਜੈਸੇ ਫੈਮਿਲੀ ਹਿਸਟਰੀ ਫੋਰ ਐਗਜ਼ਾਮਪਲ ਹੈ ਤੇ ਉਹ ਸਾਡੇ ਕੰਟਰੋਲ ਵਿੱਚ ਬਸ ਵਿੱਚ ਨਹੀਂ ਹੈ, ਲੇਕਿਨ ਸਟਿਲ ਅਸੀਂ ਬੀਟ ਕਰ ਸਕਦੇ ਹਾਂ ਅਗਰ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਕਰੀਏ। ਤੇ ਜ਼ਰੂਰੀ ਨਹੀਂ ਕਿ ਅਗਰ ਪੇਰੈਂਟਸ ਨੂੰ ਹੈ ਬਲੱਡ ਪ੍ਰੈਸ਼ਰ ਤਾਂ ਤੁਹਾਨੂੰ ਜ਼ਰੂਰ ਹੋਏਗਾ। ਅਗਰ ਆਪਣੀ ਲਾਈਫ ਸਟਾਈਲ ਚੇਂਜ ਕਰੋ, ਤੁਸੀਂ ਹੈਲਥੀ ਈਟਿੰਗ ਕਰੋ, ਐਕਸਰਸਾਈਜ਼ ਕਰੋ, ਸਟਿਲ ਬਲੱਡ ਪ੍ਰੈਸ਼ਰ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ। ਦੂਸਰੀਆਂ ਜਿਹੜੇ ਬਾਕੀ ਜਿਹੜੇ ਫੈਕਟਰਸ ਨੇ, ਐਜ਼ ਆਈ ਸੈਡ, ਸੈਕਸ ਲਾਈਕ ਮੇਲ ਐਂਡ ਫੀਮੇਲ ਵਿੱਚ ਵੀ ਡਿਫਰੈਂਟ ਹੈ। ਮੇਲਸ ਨੂੰ ਜ਼ਿਆਦਾ ਬਲੱਡ ਪ੍ਰੈਸ਼ਰ 55 ਈਅਰ ਤੋਂ ਪਹਿਲੇ ਹੁੰਦਾ ਹੈ, ਜ਼ਿਆਦਾ ਚਾਂਸ ਹੁੰਦੇ ਨੇ। ਤੇ ਆਫਟਰ 55 ਫੀਮੇਲਸ ਨੂੰ ਜ਼ਿਆਦਾ ਬਲੱਡ ਪ੍ਰੈਸ਼ਰ ਹੁੰਦਾ ਹੈ। ਏਜ ਫੈਕਟਰ ਹੋ ਗਿਆ, ਸੈਕਸ ਹੋ ਗਿਆ, ਲਾਈਫ ਸਟਾਈਲ ਅਸੀਂ ਐਸੇ ਮੈਂਸ਼ਨ ਕੀਤਾ ਹੈ। ਉਹਦੇ ਬਾਅਦ ਰੇਸ, ਕੁਝ ਲੋਕ ਜਿਹੜੇ ਨੇ ਐਥਨੀਸਿਟੀ ਨੂੰ ਕਰਕੇ, ਫੋਰ ਐਗਜ਼ਾਮਪਲ ਅਫਰੀਕਨ ਅਮੈਰੀਕਨ ਲੋਕਾਂ ਵਿੱਚ ਜ਼ਿਆਦਾ ਹੁੰਦਾ ਬਲੱਡ ਪ੍ਰੈਸ਼ਰ, ਤੇ ਹੁਣ ਤੇ ਦੇਖਿਆ ਗਿਆ ਕਿ ਏਸ਼ੀਅਨ ਕਮਿਊਨਿਟੀ ਵਿੱਚ ਵੀ ਜ਼ਿਆਦਾ ਬਲੱਡ ਪ੍ਰੈਸ਼ਰ ਐਂਡ ਡਾਇਬੀਟੀਜ਼ ਬੋਥ। ਤੇ ਦੋਨੋਂ ਹੀ ਜਿਹੜੇ ਨਾ ਹਾਰਟ ਨੂੰ, ਗੁਰਦਿਆਂ ਨੂੰ, ਯੋਰ ਨਰਵਸ, ਸਾਰੀਆਂ ਅਸਾਬੀ ਸਿਸਟਮ ਨੂੰ ਅਫੈਕਟ ਕਰਦੇ ਨੇ। ਤੇ ਕੁਝ ਕੁਐਸਚਨਸ ਜਿਹੜੇ ਸਾਡੇ ਕੋਲ ਟੈਕਸਟ ਮੈਸੇजेस ਦੇ ਵਿੱਚ ਆਏ ਆ, ਅਮਨ ਹੋਣਾ ਦਾ ਮੈਸੇਜ ਹੈ, ਉਹਨਾਂ ਨੇ ਟੈਕਸਟ ਹੀ ਕੀਤਾ। ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਨੂੰ ਡਾਇਬੀਟੀਜ਼ ਹੈ ਤੇ ਬਲੱਡ ਪ੍ਰੈਸ਼ਰ ਨਾਲ ਰਿਲੇਟਡ ਹੈ। ਹਾਂਜੀ, ਬਹੁਤ ਅੱਛਾ ਕੁਐਸਚਨ ਹੈ। ਜਿਸ ਵੇਲੇ ਤੁਹਾਨੂੰ ਡਾਇਬੀਟੀਜ਼ ਤਸ਼ਖੀਸ ਹੋ ਜਾਵੇ, ਡਾਇਗਨੋਜ਼ ਹੋ ਜਾਏ, ਉਹ ਚਾਂਸ ਹੁੰਦਾ ਹੈ ਕਿ ਤੁਹਾਡਾ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਹੋਏਗਾ ਉਹਦੀ ਵਜ੍ਹਾ ਕਰਕੇ, ਜਾਂ ਹੋਰ ਰੀਜ਼ਨਸ ਵੀ ਹੋ ਸਕਦੇ ਨੇ ਬਹੁਤ ਸਾਰੇ। ਲੇਕਿਨ ਉਸ ਸੂਰਤ ਵਿੱਚ ਯੂਜਲੀ ਅਸੀਂ ਕਰਦੇ ਹਾਂ ਕਿ ਬਲੱਡ ਪ੍ਰੈਸ਼ਰ ਤੁਹਾਡਾ ਅਗਰ ਡਾਇਬੀਟੀਜ਼ ਨਹੀਂ ਹੈ, ਕੋਈ ਹੋਰ ਰਿਸਕ ਫੈਕਟਰ ਨਹੀਂ ਹੈ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ 140/90 ਤੋਂ ਲੋ ਹੋਵੇ ਬਲੱਡ ਪ੍ਰੈਸ਼ਰ, ਐਜ਼ ਲਾਈਕ ਲੋਅਰ ਦੈਨ 140 ਅਪਰ ਲਿਮਿਟ, ਲੋਅਰ ਦੈਨ 90 ਡਾਇਸਟੋਲਿਕ ਪ੍ਰੈਸ਼ਰ। ਜਿਸ ਵੇਲੇ ਡਾਇਬੀਟੀਜ਼ ਜਾਂ ਹੋਰ ਕੋਈ ਰਿਸਕ ਫੈਕਟਰ, ਹਾਰਟ ਅਟੈਕ ਵਗੈਰਾ ਹੈ, ਉਸ ਵੇਲੇ ਸਾਡਾ ਜਿਹੜਾ ਟਾਰਗੇਟ ਬਲੱਡ ਪ੍ਰੈਸ਼ਰ ਹੈ ਉਹ ਹੋਰ ਲੋ ਹੋ ਜਾਂਦਾ ਹੈ। ਸੋ ਡਾਇਬੀਟੀਜ਼ ਇਹਨਾਂ ਦੇ ਕੇਸ ਵਿੱਚ ਇਹਨਾਂ ਦਾ ਬਲੱਡ ਪ੍ਰੈਸ਼ਰ ਜ਼ਰੂਰ 130/80 ਰਹਿਣਾ ਚਾਹੀਦਾ ਹੈ, ਇਹ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਸੋ ਬਲੱਡ ਪ੍ਰੈਸ਼ਰ ਦੀ ਗੋਲੀ ਅਗਰ ਜ਼ਰੂਰਤ ਹੈ ਟੂ ਕੀਪ ਦਾ ਬਲੱਡ ਪ੍ਰੈਸ਼ਰ ਐਟ ਦੈਟ ਲੈਵਲ, ਉਹ ਫਿਰ ਖਾਣੀ ਚਾਹੀਦੀ ਹੈ ਇਹਨਾਂ ਨੂੰ। ਡਾਕਟਰ ਭੱਟ, ਅਸੀਂ ਥੀਮ ਦੀ ਗੱਲ ਕੀਤੀ ਸੀਗੀ ਕਿ ਮੈਜਰ ਪ੍ਰੋਪਰਲੀ ਕਰੋ, ਤੇ ਦੂਸਰੀ ਗੱਲ ਉਹਨਾਂ ਦੀ ਇਹ ਸੀਗੀ ਧਿਆਨ ਦੇਣ ਵਾਲੀ ਕਿ ਕੰਟਰੋਲ ਕਰੋ। ਤੇ ਕੰਟਰੋਲ ਕਿਵੇਂ ਕਰਨਾ? ਬਿਲਕੁਲ, ਇੱਕ ਵਾਰੀ ਜਿਸ ਵੇਲੇ ਤੁਹਾਡੀ ਹੋ ਗਈ ਹੈ, ਤਸ਼ਖੀਸ ਹੋ ਗਈ, ਡਾਇਗਨੋਜ਼ ਹੋ ਗਿਆ, ਤੁਹਾਡੇ ਡਾਕਟਰ ਨੇ ਕਰ ਦਿੱਤਾ ਹੈ ਕਿ ਹਾਂਜੀ ਹੈ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਜਿਹੜਾ ਕਿ ਹਾਇਰ ਦੈਨ 130/80 ਹੈ, 140/90 ਹੈ, ਸੇ ਉਹਦੀ ਡਿਗਰੀਜ਼ 'ਤੇ ਡਿਪੈਂਡ ਕਰਦਾ ਹੈ
ਕਿਹੜੇ ਸਟੇਜ ਤੇ ਹੈ। ਜੈਸੇ ਮੈਂ ਪਹਿਲੇ ਜ਼ਿਕਰ ਕੀਤਾ ਸੀ, ਸਟੇਜ 1 ਤੇ ਸਟੇਜ 2 ਹੁੰਦਾ ਹੈ। ਇੱਕ ਹੁੰਦਾ ਹੈ ਲਾਈਕ 120 ਤੋਂ 129 ਅਗਰ ਉੱਪਰ ਵਾਲਾ ਹੈ ਤੇ ਨੀਚੇ ਵਾਲਾ 80 85 ਹੈ। ਇਹ ਇਸ ਸਟੇਜ ਤੇ ਤੁਸੀਂ ਲਾਈਫ ਸਟਾਈਲ ਸਿਰਫ ਚੇਂਜ ਕਰ ਸਕਦੇ ਹੋ। ਲਾਈਕ ਸਿਰਫ ਦਾ ਮਤਲਬ ਹੈ ਕਿ ਹੈਲਥੀ ਲਾਈਫ ਸਟਾਈਲ ਬਹੁਤ ਜ਼ਰੂਰੀ ਹੈ ਹਰ ਗੋਲੀ ਨਹੀਂ ਸਟੇਜ ਖਾਣੀ ਵਿੱਚ। ਪੈਣੀ। ਹਾਂਜੀ, ਹਾਂ। ਹਰ ਸਟੇਜ ਵਿੱਚ ਹੀ ਜ਼ਰੂਰੀ ਹੈ ਲਾਈਫ ਸਟਾਈਲ, ਤੇ ਤੁਸੀਂ ਕੰਟੀਨਿਊ ਕਰੋਗੇ ਐਵਰੀ ਟਾਈਮ। ਸੋ ਪਹਿਲੀ ਜਿਹੜੀ ਮੈਂ ਜ਼ਿਕਰ ਕੀਤਾ, ਇੰਨਾ ਅਗਰ ਬਲੱਡ ਪ੍ਰੈਸ਼ਰ ਹੈ ਤੇ ਤੁਸੀਂ ਗੋਲੀ ਤੋਂ ਬਗੈਰ ਤੁਸੀਂ ਬਾਕੀ ਚੀਜ਼ਾਂ ਤਾਂ ਅਗਰ ਕੰਟਰੋਲ ਕਰ ਸਕਦੇ ਹੋ ਤੇ ਤੁਸੀਂ ਆਰਾਮ ਨਾਲ ਹੋ ਜਾਂਦਾ ਹੈ। ਨੰਬਰ 2 ਜਿਹੜੀ ਸਟੇਜ ਹੈ 130/80 ਹੈ ਵਿਦ ਰਿਸਕ ਫੈਕਟਰਸ। ਫਿਰ ਹੁੰਦਾ ਵਿਦਆਊਟ ਰਿਸਕ ਫੈਕਟਰਸ। ਅਗਰ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਇਹਨਾਂ ਨੇ ਸਵਾਲ ਕੀਤਾ ਸੀ ਕਿ ਅਗਰ ਬਲੱਡ ਪ੍ਰੈਸ਼ਰ ਹੈ ਤੇ ਅਗਰ 130/80 ਹੈ ਤੇ ਬਲੱਡ ਪ੍ਰੈਸ਼ਰ ਹੈ ਤੇ ਫਿਰ ਤੁਸੀਂ ਫਿਰ ਵੀ ਲਾਈਫ ਸਟਾਈਲ ਤੇ ਆਉਂਦੀ ਹੈ, ਲੇਕਿਨ ਤੁਸੀਂ ਡਾਕਟਰ ਦੇ ਨਾਲ ਡਿਸਕਸ ਕਰਕੇ ਤੁਸੀਂ ਦਵਾਈਆਂ ਦੇ ਬਾਰੇ ਪੁੱਛ ਸਕਦੇ ਹੋ ਕਿ ਈਦਰ ਦਵਾਈ ਜਿਹੜੀ ਹੈਲਪ ਕਰੇਗੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਕਿ ਨਹੀਂ, ਜਾਂ ਇੱਕ ਹੋਣੀ ਚਾਹੀਦੀ ਹੈ ਦਵਾਈ, 2 ਹੋਣੀਆਂ ਚਾਹੀਦੀਆਂ ਨੇ। ਉਹ ਤੁਸੀਂ ਡਾਕਟਰ ਦੇ ਨਾਲ ਅੱਗੇ ਜਾ ਕੇ ਕੰਟਰੋਲ ਕਰ ਸਕਦੇ ਹੋ ਪ੍ਰੋਪਰਲੀ। ਤੀਸਰਾ ਹੈ ਨੰਬਰ 2 ਸਟੇਜ, ਜਿਸ ਵੇਲੇ 140/90 ਤੋਂ ਵੀ ਵੱਧ ਗਿਆ, ਬਹੁਤ ਜ਼ਿਆਦਾ, ਲਾਈਕ 140/90 ਤੋਂ ਵੱਧ ਗਿਆ ਤੇ ਰਿਸਕ ਫੈਕਟਰਸ ਵੀ ਹੈ ਨੇ। ਉਹ ਵਾਲੀ ਸਟੇਜ ਤੇ ਜ਼ਰੂਰ ਹੈ ਕਿ ਤੁਸੀਂ ਦਵਾਈਆਂ ਸ਼ੁਰੂ ਕੀਤੀਆਂ ਜਾਣਗੀਆਂ, ਤੁਹਾਡੇ ਡਾਕਟਰ ਸ਼ੁਰੂ ਕਰ ਦੇਣਗੇ 1 ਜਾਂ 2 ਦਵਾਈ ਜ਼ਰੂਰ। ਤੇ ਅੱਗੇ ਜਾ ਕੇ ਗੱਲ ਕਰਾਂਗੇ ਦਵਾਈਆਂ ਕਿਹੜੀਆਂ ਤੇ ਕਿਹੜੇ ਸਾਈਡ ਇਫੈਕਟਸ ਉਹਨਾਂ ਦੇ ਹੁੰਦੇ। ਜੀ, ਇੱਕ ਟੈਕਸਟ ਮੈਸੇਜ ਆਇਆ ਸਾਡੇ ਕੋਲ ਔਰ ਇਹਨਾਂ ਨੇ ਪੁੱਛਣਾ ਚਾਹਿਆ ਹੈ ਕਿ ਉਹਨਾਂ ਦੇ ਡਾਕਟਰ ਨੇ ਕਿਹਾ ਬਿਕਾਜ਼ ਸ਼ੀ ਇਜ਼ ਪ੍ਰੈਗਨੈਂਟ ਤੇ ਤੁਸੀਂ ਬਲੱਡ ਪ੍ਰੈਸ਼ਰ ਜਿਹੜਾ ਉਹ ਮੋਨੀਟਰ ਕਰਦੇ ਰਹਿਣਾ। ਅੱਛਾ, ਡਿਪੈਂਡ ਕਰਦਾ ਕਿੰਨਾ ਹਾਈ ਹੋ ਗਿਆ ਉਹਨਾਂ ਦਾ ਬਲੱਡ ਪ੍ਰੈਸ਼ਰ। ਉਹ ਪ੍ਰੈਗਨੈਂਸੀ ਦਾ ਥੋੜ੍ਹਾ ਜਿਹਾ ਇਸ ਵਾਸਤੇ ਡਿਫਰੈਂਟ ਹੁੰਦਾ ਹੈ ਕਿ ਜਿਹੜੀਆਂ ਮੈਡੀਸਨਸ ਅਸੀਂ ਜਨਰਲ ਪਬਲਿਕ ਨੂੰ ਦਿੰਦੇ ਹਾਂ ਬਲੱਡ ਪ੍ਰੈਸ਼ਰ ਵਾਸਤੇ, ਉਹ ਬਿਲਕੁਲ ਨਹੀਂ ਹੁੰਦੀਆਂ। ਬਿਲਕੁਲ ਡਿਫਰੈਂਟ ਮੈਡੀਸਨ ਉਹਨਾਂ 'ਤੇ, ਕਿਉਂਕਿ ਉਹਨਾਂ ਦਵਾਈਆਂ ਦਾ ਅਸਰ ਜਿਹੜਾ ਬੱਚੇ 'ਤੇ ਪੈ ਸਕਦਾ ਹੈ, ਇਨਫੈਂਟ 'ਤੇ, ਫੀਟਸ 'ਤੇ ਪੈਂਦਾ ਹੈ ਅਸਰ, ਇਸ ਵਾਸਤੇ ਡਿਫਰੈਂਟ ਹੁੰਦੀਆਂ ਨੇ। ਲੇਕਿਨ ਉਹਨਾਂ ਦੀ ਵੀ ਸਟੇਜਸ ਹੁੰਦੀਆਂ ਨੇ। ਅਗਰ ਕੋਈ ਕੰਪਲੀਕੇਸ਼ਨਸ ਨਹੀਂ ਹੈ, ਬਲੱਡ ਪ੍ਰੈਸ਼ਰ ਸਟਿਲ 120/80 ਜਾਂ 130/80 ਹੈ, ਅਸੀਂ ਸਟਿਲ ਕੰਟਰੋਲ ਕਰ ਸਕਦੇ ਹਾਂ। ਆਫ ਕੋਰਸ ਡਾਇਟ ਉੱਥੇ ਬਹੁਤ ਜ਼ਰੂਰੀ ਹੈ, ਸਾਲਟ ਘੱਟ ਕਰਨੀ ਹੈ, ਤੁਸੀਂ ਖਾਣਾ ਪੀਣਾ ਅੱਛਾ ਕਰਨਾ ਹੈ, ਐਕਸਰਸਾਈਜ਼ ਵਾਕਸ ਵਗੈਰਹ ਕਰਨੀ ਹੈ, ਜਿਹੜੀ ਬਰਦਾਸ਼ਤ ਹੋ ਸਕਦੀ ਹੈ ਉਹ ਐਕਸਰਸਾਈਜ਼ ਕਰੋ। ਇਹਨਾਂ ਚੀਜ਼ਾਂ ਨਾਲ ਕੰਟਰੋਲ ਹੋ ਸਕਦਾ ਹੈ। ਅਗਰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਸ਼ੂਟ ਕਰ ਗਿਆ ਤੇ ਉਹ ਪ੍ਰੈਗਨੈਂਟ ਵੂਮਨ ਵਿੱਚ ਇਹ ਜ਼ਿਆਦਾ ਰਿਸਕੀ ਹੁੰਦਾ ਹੈ। ਉਹਨਾਂ ਦੀ ਕਿਡਨੀਜ਼ 'ਤੇ ਇਫੈਕਟ ਪੈ ਜਾਂਦਾ, ਬਹੁਤ ਲਿਵਰ 'ਤੇ ਇਫੈਕਟ ਪੈ ਜਾਂਦਾ, ਜਿਗਰ ਅਤੇ ਕਿਡਨੀਜ਼ ਨੂੰ ਸਭ ਤੋਂ ਜ਼ਿਆਦਾ ਅਸਰ ਹੁੰਦਾ ਹੈ। ਅਤੇ ਇਸ ਵਾਸਤੇ ਉਹਨਾਂ ਦਾ ਰੈਗੂਲਰ ਮੋਨੀਟਰਿੰਗ ਬਹੁਤ ਜ਼ਰੂਰੀ ਹੈ। ਲਾਈਕ ਐਵਰੀ ਡੇ ਅਗਰ ਨਹੀਂ ਹੋ ਸਕਦਾ ਤਾਂ ਐਵਰੀ ਅਦਰ ਡੇ ਜ਼ਰੂਰ ਆਪਣਾ ਬਲੱਡ ਪ੍ਰੈਸ਼ਰ ਕਰਨ, ਰੈਗੂਲਰ ਚੈੱਕਅਪਸ ਜਾ ਕੇ ਕਰਾਉਣ ਡਾਕਟਰ ਤੋਂ। ਬਲੱਡ ਵਰਕ ਜ਼ਰੂਰੀ ਹੈ, ਉਦੋਂ ਪਤਾ ਲੱਗ ਸਕਦਾ ਹੈ ਤੁਹਾਡੀਆਂ ਕਿਡਨੀਜ਼ ਪ੍ਰੋਟੀਨ ਤੇ ਨਹੀਂ ਐਕਸਕ੍ਰੀਟ ਕਰ ਰਹੀਆਂ। ਯੂਰਿਨ ਟੈਸਟ ਤੇ ਬਲੱਡ ਟੈਸਟ ਬਹੁਤ ਜ਼ਰੂਰੀ ਹੈ ਜੀ। ਡਾਕਟਰ ਭੱਟ, ਇੱਕ ਹੋਰ ਗੱਲ, ਅਸੀਂ ਕਹਿੰਦੇ ਹਾਂ ਕਿ ਟੈਨਸ਼ਨ ਨਾ ਲਿਆ ਕਰੋ, ਤੇਰਾ BP ਹਾਈ ਹੋ ਜਾਣਾ। ਕੀ ਸੱਚੀ ਇਹ ਗੱਲ ਰਿਲੇਟਡ? ਬਿਲਕੁਲ ਸਹੀ ਹੈ। ਇਹ ਵਨ ਆਫ ਦਾ ਰਿਸਕ ਫੈਕਟਰਸ ਹੈ ਔਰ ਬਹੁਤ ਵੱਡਾ ਰਿਸਕ ਫੈਕਟਰ ਹੋ ਸਕਦਾ ਹੈ ਤੁਹਾਡਾ। ਅਗਰ ਸਟ੍ਰੈਸ ਲੈਵਲ ਜ਼ਿਆਦਾ ਹੈ ਕਿਸੇ ਵੀ ਵਜ੍ਹਾ ਕਰਕੇ, ਉਹ ਬਲੱਡ ਪ੍ਰੈਸ਼ਰ ਨੂੰ ਸ਼ੂਟ ਕਰ ਦਿੰਦਾ ਹੈ। ਸੋ ਇਟਸ ਨਾਟ ਈਜ਼ੀ ਟੂ ਕੰਟਰੋਲ ਸਟ੍ਰੈਸ, ਬਟ ਸਟਿਲ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਕੰਸੀਡਰ ਕਰਕੇ ਆਪਣਾ ਸਟ੍ਰੈਸ ਲੈਵਲ ਘੱਟ ਕਰ ਸਕਦੇ ਹਾਂ ਡਾਕਟਰ ਨਾਲ। ਆਫ ਕੋਰਸ ਅਗੇਨ ਗੱਲ ਕਰੋ, ਦੇਰ ਆਰ ਥੈਰੇਪੀਜ਼, ਬਰੀਥਿੰਗ ਐਕਸਰਸਾਈਜ਼ਸ, ਮੈਡੀਟੇਸ਼ਨ ਕਰ ਸਕਦੇ ਹੋ ਤੁਸੀਂ, ਮਾਈਂਡਫੁਲਨੈਸ ਟੈਕਨੀਕਸ ਤੇ ਬਹੁਤ ਸਾਰੀਆਂ ਚੀਜ਼ਾਂ। ਰੈਗੂਲਰ ਐਕਸਰਸਾਈਜ਼ ਨਾਲ ਵੀ ਸਟ੍ਰੈਸ ਰਿਡਿਊਸ ਕੀਤਾ ਜਾ ਸਕਦਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਜੀ ਡਾਕਟਰ ਮੈਮੂਨਾ, ਜਾਂਦੇ ਤੁਸੀਂ ਆਪਣੇ ਲਿਸਨਰਸ ਵਾਸਤੇ ਸੁਨੇਹਾ ਅੱਜ ਦੇ ਥੀਮ ਦਾ ਤੀਸਰਾ ਹਿੱਸਾ ਲਿਵ ਲੌਂਗਰ ਤੇ ਦਵਾਈਆਂ ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਬਿਲਕੁਲ। ਇਸ ਤੋਂ ਪਹਿਲੇ ਕੀਤੀ ਸੀ ਕੰਟਰੋਲ ਇਟ ਐਂਡ ਨਾਓ ਲਿਵ ਲੌਂਗਰ। ਸੋ ਕੰਟਰੋਲ ਵਿੱਚ ਗੁਰਪ੍ਰੀਤ ਨੇ ਬੜਾ ਅੱਛਾ ਪੁਆਇੰਟ ਸਟ੍ਰੈਸ ਦਾ ਵੀ ਦਿੱਤਾ ਸੀ ਕਿ ਕਿਸ ਤਰ੍ਹਾਂ ਸਟ੍ਰੈਸ ਨੂੰ ਘਟਾ ਕੇ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਕੀਤਾ ਜਾ ਸਕਦਾ ਹੈ। ਦੂਸਰਾ ਵੇਟ, ਅਸੀਂ ਵਜ਼ਨ ਦੀ ਗੱਲ ਥੋੜ੍ਹੀ ਭੁੱਲ ਗਏ ਕਰਨਾ। ਵਜ਼ਨ ਵੀ ਬਹੁਤ ਜ਼ਰੂਰੀ ਹੈ। ਅਗਰ ਆਪਾਂ ਕਰਾਂਗੇ ਕੰਟਰੋਲ, ਵਜ਼ਨ ਨੂੰ ਘੱਟ ਕਰਾਂਗੇ ਜਾਂ ਜਿਹੜਾ ਨਾਰਮਲ ਲੈਵਲ ਹੈ ਉਹ ਵੀ ਬਲੱਡ ਪ੍ਰੈਸ਼ਰ 'ਤੇ ਬੜਾ ਅੱਛਾ ਅਸਰ ਕਰਦਾ ਹੈ। ਨਾਓ ਲਿਵ ਲੌਂਗਰ ਦਾ ਮਤਲਬ ਹੈ ਕਿ ਕਿਸ ਤਰ੍ਹਾਂ ਕੰਟਰੋਲ ਕਰਕੇ ਆਪਣਾ ਬਲੱਡ ਪ੍ਰੈਸ਼ਰ, ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਲੰਬੀ ਜ਼ਿੰਦਗੀ ਜੀ ਸਕਦੇ ਹਾਂ ਬਿਮਾਰੀਆਂ ਤੋਂ ਬਗੈਰ ਕਰਕੇ ਤੇ ਹੈਲਥੀ। ਸੋ ਲਾਈਫ ਸਟਾਈਲ ਨੰਬਰ 1 ਸੀ। ਦੂਸਰਾ, ਅਗਰ ਬਲੱਡ ਪ੍ਰੈਸ਼ਰ ਗੋਲੀਆਂ ਦੀ ਜ਼ਰੂਰਤ ਹੈ, ਉਹ ਆਫ ਕੋਰਸ ਤੁਸੀਂ ਡਾਕਟਰ ਦੇ ਨਾਲ ਡਿਸਕਸ ਕਰੋਗੇ, ਆਪਣੇ ਫੈਮਿਲੀ ਫਿਜ਼ੀਸ਼ੀਅਨ ਨਾਲ ਡਿਸਕਸ ਕਰੋਗੇ। ਅਗਰ ਸਪੈਸ਼ਲਿਸਟ ਦੀ ਜ਼ਰੂਰਤ ਹੈ ਉਹ ਤੁਹਾਨੂੰ ਰੈਫਰ ਕਰਨਗੇ ਸਪੈਸ਼ਲਿਸਟ ਵਾਰੀ ਤਾਂ ਕਿ ਕੰਟਰੋਲ ਕੀਤਾ ਜਾਏ।
ਦ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਾਸਤੇ ਬਹੁਤ ਸਾਰੀਆਂ ਗੋਲੀਆਂ ਅਵੇਲੇਬਲ ਹੈ ਇੱਥੇ ਉਹਨਾਂ ਦੇ ਮੁxtਲਿਫ ਨਾਂ ਹੈਗੇ ਨੇ ਮੋਸਟ ਕਾਮਨਲੀ ਜਿਹੜਾ ਯੂਜ਼ ਹੁੰਦਾ ਹੈ ਉਹ ਡਾਈਜੂਰੈਟਿਕਸ ਉਹਨਾਂ ਨੂੰ ਕਹਿੰਦੇ ਨੇ ਫਿਰ ਬੀਟਾ ਬਲੋਕਰਸ ਹੁੰਦੇ ਨੇ ਏਸ ਇਨਹਿਬਿਟਰਸ ਆਰਬਸ ਵਗੈਰਾ ਇਹ ਟੈਕਨੀਕਲ ਲੈਂਗੁਏਜਸ ਵਗੈਰਾ ਮੈਂ ਬੋਲ ਰਹੀ ਹਾਂ ਲੇਕਿਨ ਡਿਫਰੈਂਟ ਗਰੁੱਪ ਇਹ ਮੈਡੀਸਨਸ ਦੇ ਗਰੁੱਪ ਨੇ ਉਹਦੇ ਵਿੱਚ ਫਿਰ ਹਰ ਕਿਸਮ ਦੀ ਦਵਾਈ ਮਤਲਬ ਇਸਤੇਮਾਲ ਕੀਤੀ ਜਾ ਸਕਦੀ ਹੈ ਡਿਪੈਂਡ ਕਰਦਾ ਹੈ ਕਿਸ ਤਰ੍ਹਾਂ ਦੀ ਕਿੰਨਾ ਬਲੱਡ ਪ੍ਰੈਸ਼ਰ ਹੈ ਅਤੇ ਰਿਸਕ ਫੈਕਟਰਸ ਕਿਸ ਤਰ੍ਹਾਂ ਦੇ ਨੇ ਉਹਦੇ ਹਿਸਾਬ ਨਾਲ ਫਿਰ ਤੁਹਾਡੇ ਡਾਕਟਰ ਜਿਹੜੇ ਨੇ ਉਹ ਪ੍ਰੈਸਕ੍ਰਾਈਬ ਕਰਦੇ ਨੇ ਮੈਡੀਸਨਸ ਸੋ ਇਹ ਜਿਹੜੀਆਂ ਮੈਡੀਸਨਸ ਹੁੰਦੀਆਂ ਨੇ ਯੂਜੂਅਲੀ ਜ਼ਿਆਦਾਤਰ ਵਨਸ ਅ ਡੇ ਯੂਜ਼ ਕੀਤੀਆਂ ਜਾਂਦੀਆਂ ਨੇ ਸਮਟਾਈਮਸ ਸੁਬਹ ਅਤੇ ਸ਼ਾਮ ਵੀ ਹੁੰਦੀ ਹੈ ਲੇਕਿਨ ਜ਼ਿਆਦਾਤਰ ਸਵੇਰ ਦੇ ਟਾਈਮ 'ਤੇ ਅਤੇ ਦੂਸਰਾ ਇੱਕ ਬੜਾ ਕੁਐਸਚਨ ਕਾਮਨ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਤਾਂ ਹੈਗਾ ਨਹੀਂ ਸੀ ਫਿਰ ਵੀ ਡਾਕਟਰ ਨੇ ਬਲੱਡ ਪ੍ਰੈਸ਼ਰ ਦੀ ਦਵਾਈ ਪ੍ਰੈਸਕ੍ਰਾਈਬ ਕਰ ਦਿੱਤੀ ਉਹ ਵੀ ਜ਼ਰੂਰੀ ਹੁੰਦੀ ਹੈ ਸਰਟਨ ਕੇਸਿਸ ਵਿੱਚ ਕਿਉਂਕਿ ਅਗਰ ਤੁਹਾਡੇ ਕੋਲ ਰਿਸਕ ਫੈਕਟਰਸ ਹੈ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਮਟਾਈਮਸ ਛੋਟੀ ਜੀ ਡੋਜ਼ ਦੇਣੀ ਪੈਂਦੀ ਹੈ ਬਲੱਡ ਪ੍ਰੈਸ਼ਰ ਦੀ ਤਾਂ ਕਿ ਆਇੰਦਾ ਫੋਰ ਐਗਜ਼ਾਮਪਲ ਸਟ੍ਰੋਕ ਤੋਂ ਬਚਾਇਆ ਜਾ ਸਕੇ ਇਹ ਬਚਾਓ ਵਾਸਤੇ ਹੁੰਦੀ ਹੈ ਸਟ੍ਰੋਕ ਤੋਂ ਹਾਰਟ ਅਟੈਕ ਤੋਂ ਤੁਹਾਡੀ ਬਚਾਓ ਕਰ ਸਕਦੀ ਹੈ ਕਿਡਨੀਜ਼ ਨੂੰ ਪ੍ਰੋਟੈਕਟ ਕਰਦੀਆਂ ਨੇ ਇਹ ਬਲੱਡ ਪ੍ਰੈਸ਼ਰ ਮੈਡੀਕੇਸ਼ਨਸ ਐਜ਼ ਵੈਲ ਦੈਟਸ ਵਾਈ ਉਹ ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਅਤੇ ਸਾਈਡ ਇਫੈਕਟਸ ਜਿੱਥੇ ਤੱਕ ਗੱਲ ਹੈ ਜ਼ਿਆਦਾਤਰ ਬਰਦਾਸ਼ਤ ਹੋ ਜਾਂਦੇ ਨੇ ਸਾਈਡ ਇਫੈਕਟ ਬਹੁਤ ਮਾਮੂਲੀ ਜੇ ਲਾਈਕ ਫੋਰ ਐਗਜ਼ਾਮਪਲ ਹੈਡੇਕ ਹੋ ਗਿਆ ਉਹਦੇ ਵਾਰੀ ਕਰਕੇ ਨੌਜ਼ੀਆ ਹੋ ਜਾਂਦਾ ਹੈ ਮਤਲੀ ਆਉਂਦੀ ਹੈ ਬਟ ਇਨ ਦ ਬਿਗਨਿੰਗ ਓਨਲੀ 1 ਜਾਂ 2 ਵੀਕਸ ਵਾਸਤੇ ਸ਼ੁਰੂ 'ਚ ਹੁੰਦੇ ਨੇ ਸਾਈਡ ਇਫੈਕਟਸ ਉਹਦੇ ਬਾਅਦ ਬਾਡੀ ਐਡਜਸਟ ਕਰ ਦਿੰਦੀ ਹੈ ਅਤੇ ਸਾਈਡ ਇਫੈਕਟਸ ਖਤਮ ਹੋ ਜਾਂਦੇ ਨੇ ਬਟ ਆਪਣਾ ਕੰਮ ਉਹ ਕਰਦੀ ਰਹਿੰਦੀ ਹੈ ਬਲੱਡ ਪ੍ਰੈਸ਼ਰ ਦੀ ਗੋਲੀ ਜਾਂ ਮੈਡੀਸਨ ਜਿਹੜੀਆਂ ਨੇ ਅਤੇ ਇਸ ਵਾਸਤੇ ਜ਼ਰੂਰੀ ਹੈ ਕਿ ਅਗਰ ਸੀਰੀਅਸ ਸਾਈਡ ਇਫੈਕਟਸ ਹੋ ਗਏ ਨੇ ਇਹੀ ਜਿਹੜੇ ਸਾਈਡ ਇਫੈਕਟਸ ਤੁਹਾਨੂੰ ਲੱਗਦਾ ਹੈ ਕਿ ਹੋਣਾ ਨਹੀਂ ਚਾਹੀਦਾ ਅਤੇ ਜਾਂ ਕੰਟੀਨਿਊਸਲੀ ਹੋ ਰਹੇ ਨੇ ਮਹੀਨਾ ਹੋ ਗਿਆ 2 ਮਹੀਨੇ ਆਫ ਕੋਰਸ ਜੋ ਹੈ ਡਾਕਟਰ ਤੁਹਾਡਾ ਚੈੱਕ ਕਰੇਗਾ ਕਿ ਹੋ ਸਕਦਾ ਹੈ ਤੁਸੀਂ ਐਲਰਜੀ ਹੋਏ ਇਹਦੇ ਡਰੱਗ ਤੋਂ ਕਰਕੇ ਜਾਂ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਲੋ ਹੋ ਰਿਹਾ ਅਤੇ ਉਹਦੇ ਨਾਲ ਡਿਜ਼ੀ ਹੋ ਗਏ ਚੱਕਰ ਆਉਣਾ ਸ਼ੁਰੂ ਹੋ ਗਏ ਡੈਫੀਨੇਟਲੀ ਡਾਕਟਰ ਕੋਲ ਜਾਓ ਵਾਪਸ ਉਹ ਚੇਂਜ ਕਰ ਦੇਣਗੇ ਦਵਾਈ ਜਾਂ ਚੈੱਕ ਕਰਨਗੇ ਕਿ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਡੈਫੀਨੇਟਲੀ ਓਕੇ ਸੋ ਤੁਸੀਂ ਸਹੀ ਤਰੀਕੇ ਦੇ ਨਾਲ ਮੈਜਰ ਕਰਨਾ ਆਪਣਾ ਬਲੱਡ ਪ੍ਰੈਸ਼ਰ ਮੈਜਰ ਯੋਰ ਬਲੱਡ ਪ੍ਰੈਸ਼ਰ ਐਕਿਊਰੇਟਲੀ ਕੰਟਰੋਲ ਇਟ ਐਂਡ ਲਿਵ ਲੌਂਗਰ ਇਸੇ ਸੁਨੇਹੇ ਦੇ ਨਾਲ ਅੱਜ ਦੇ ਪ੍ਰੋਗਰਾਮ ਰੋਸ਼ਨੀ ਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ ਲੈਂਦੇ ਹਾਂ ਡਾਕਟਰ ਭੱਟ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਫॉर ਹੈਵਿੰਗ ਮੀ ਥੈਂਕ ਯੂ